ਸਤਿ ਸ਼੍ਰੀ ਅਕਾਲ ਜੀ। ਵਿਗਿਆਨ ਭਵਨ ਦੇ ਅੰਦਰੋਂ ਕਿਸਾਨ ਏਕਤਾ ਮੋਰਚੇ ਤੋਂ ਲਾਈਵ ਆ। ਪਹਿਲੇ ਦੌਰ ਦੀ ਜਿਹੜੀ ਮੀਟਿੰਗ ਸੀ ਉਹ ਖਤਮ ਹੋ ਚੁੱਕੀ ਹੈ। ਮੀਟਿੰਗ ਦੇ ਵਿੱਚ ਕੀ ਗੱਲ ਹੋਈ, ਸਵੇਰ ਤੋਂ ਲੈ ਕੇ ਹੁਣ ਤੱਕ ਕਿਵੇਂ ਵਰਤਾਵ ਰਿਹਾ। ਰਜਿੰਦਰ ਜੀ ਨੇ, ਰਜਿੰਦਰ ਸਿੰਘ ਦੀਪ ਸਿੰਘ ਵਾਲਾ ਕਿਰਤੀ ਕਿਸਾਨ ਯੂਨੀਅਨ ਤੋਂ, ਉਹਨਾਂ ਦੇ ਨਾਲ ਗੱਲ ਕਰਦੇ ਆ ਕਿਵੇਂ ਮੀਟਿੰਗ ਦੇ ਵਿੱਚ ਅੱਜ ਸਾਰਾ ਪ੍ਰੋਗਰਾਮ ਚੱਲਿਆ। ਜਦੋਂ ਗੱਲਬਾਤ ਸ਼ੁਰੂ ਹੋਈ ਆ, ਸਭ ਤੋਂ ਪਹਿਲਾਂ ਤਾਂ ਅਸੀਂ ਇਹ ਕਿਹਾ ਕਿ ਆਉਂਦਿਆਂ ਜਿੱਦਾਂ ਰੁਲਦੂ ਸਿੰਘ ਮਾਨਸਾ ਜੀ ਦੀ ਗੱਡੀ ਦਾ ਸ਼ੀਸ਼ਾ ਭੰਨਿਆ ਪੁਲਿਸ ਨੇ, ਉਹ 'ਤੇ ਸਖਤ ਇਤਰਾਜ਼ ਲਾਇਆ ਵੀ ਤੁਸੀਂ ਇੱਦਾਂ। ਫਿਰ ਫੋਨ 'ਤੇ ਦਰਸ਼ਨਪਾਲ ਜੀ ਨੂੰ ਧਮਕੀ ਆਈ ਆ, ਉਹਦੇ 'ਤੇ ਸਖਤ ਇਤਰਾਜ਼ ਕੀਤਾ ਸੀ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਹਰਕਤਾਂ ਨੇ। ਅਤੇ ਹਰਣ ਮੌਲਾ ਜੀ ਨੂੰ ਜਿਸ ਤਰ੍ਹਾਂ ਪੁਲਿਸ ਨੇ ਆਉਂਦਿਆਂ ਬਦਤਮੀਜੀ ਕੀਤੀ ਆ, ਕਿ ਪੁਲਿਸ ਨੇ ਅੱਜ ਜਿਹੜੀ ਕਿਸਾਨ ਆਗੂ ਨਾਲ ਬਦਤਮੀਜੀ ਕੀਤੀ ਆ, ਇਹ ਗੱਲ ਅਸੀਂ ਸਖਤੀ ਨਾਲ ਉਠਾਈ ਆ। ਔਰ ਇਹ ਵੀ ਕਿਹਾ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ ਅਸੀਂ ਜਿਹੜੇ ਹੈਗੇ ਉਹ ਦਬਣ ਵਾਲੇ ਨਹੀਂ ਗੇ। ਦੂਸਰੀ ਜਿਹੜੀ ਸਰਕਾਰ ਨੇ ਸਾਨੂੰ ਪ੍ਰਪੋਜ਼ਲ ਦਿੱਤੀ ਸੀ, ਉਹ ਅਸੀਂ ਕਹਿਤਾ ਕਿ ਅਸੀਂ ਪ੍ਰਪੋਜ਼ਲ ਕੱਲ੍ਹ ਹੀ ਰੱਦ ਕਰ ਚੁੱਕੇ ਹਾਂ। ਕਾਨੂੰਨ ਰੱਦ ਤੋਂ ਬਿਨਾਂ ਕੋਈ ਗੱਲ ਜਿਹੜੀ ਹੈਗੀ ਆ ਮਨਜ਼ੂਰ ਨਹੀਂ ਹੈਗੀ ਗੀ। 2 ਸਾਲ ਸਸਪੈਂਡ ਕਰਕੇ ਤੁਸੀਂ ਬਾਅਦ 'ਚ ਵੀ ਜੇ ਕਾਨੂੰਨ ਰੱਦ ਕਰਨੇ ਆ, ਅੱਜੇ ਕਿਉਂ ਨਹੀਂ ਰੱਦ ਕਰ ਦੇਗੇ। ਇਸ ਕਰਕੇ ਫਿਰ ਉਹ ਸਿਰਫ 15 ਤੋਂ 20 ਮਿੰਟ ਗੱਲ ਹੋਈ ਆ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਉੱਠ ਕੇ ਚਲੇ ਗਏ ਆ ਕਿ ਅਸੀਂ ਸੋਚ ਲਿਆ, ਮਤਲਬ ਤੁਸੀਂ ਵੀ ਜਿਹੜਾ ਹੈਗਾ ਸੋਚ ਲਓ। ਤਾਂ ਅਸੀਂ ਕਿਹਾ ਵੀ ਅਸੀਂ ਤਾਂ ਸੋਚ ਕੇ ਜਿਹੜਾ ਹੈਗਾ ਆਏ ਹੋਏ ਆ। ਸਿਰਫ 15 ਮਿੰਟ ਗੱਲ ਹੋਈ ਆ, ਉਸ ਤੋਂ ਬਾਅਦ ਜਿਹੜੇ ਹੈਗੇ ਉੱਠ ਕੇ ਉਹ ਚਲੇ ਗਏ ਆ। ਅਤੇ ਹੁਣ ਅਸੀਂ ਜਿਹੜਾ ਹੈਗਾ ਉਹ ਲੰਚ ਬ੍ਰੇਕ ਹੋਈ ਆ, ਖਾਣਾ ਖਾਣ ਲੱਗੇ ਹੈਗੇ ਆ। ਗੱਲ ਉੱਥੇ ਜਿਹੜੀ ਹੋਈ ਆ, ਅਸੀਂ ਵੀ ਤਿੰਨੋਂ ਕਾਨੂੰਨ ਜਿਹੜੇ ਹੈਗੇ ਆ ਰੱਦ ਕਰਾਉਣੇ ਆ। ਨਾਰਾ ਪੂਰੀ ਦੁਨੀਆ 'ਚ ਗੂੰਜਿਆ ਹੋਇਆ ਵੀ ਤਿੰਨੋਂ ਕਾਨੂੰਨ ਚੱਕਣਾ ਚੂਰ, ਇਸ ਤੋਂ ਘੱਟ ਨਹੀਂ ਮਨਜ਼ੂਰ। ਤਿੰਨੋਂ ਕਾਨੂੰਨ ਰੱਦ ਕਰੋ ਔਰ MSP ਨੂੰ ਜਿਹੜਾ ਹੈਗਾ ਦੇ ਤਹਿਤ ਸਰਕਾਰੀ ਖਰੀਦ ਦੀ ਜਿਹੜੀ ਗਰੰਟੀ ਦਾ ਉਹ ਕਾਨੂੰਨ ਬਣਾਓ। ਇਸ ਤੋਂ ਬਿਨਾਂ ਕੁਛ ਵੀ ਮਨਜ਼ੂਰ ਨਹੀਂ। ਹੁਣ ਜੇ ਸਰਕਾਰ ਦੁਬਾਰਾ ਗੱਲ ਕਰੂਗੀ ਤਾਂ ਦੇਖਾਂ ਕੀ ਹੁੰਦਾ, ਪਰ ਅਸੀਂ ਆਪਣੀਆਂ ਮੰਗਾਂ 'ਤੇ ਡਟੇ ਹੋਏ ਹਾਂ। ਰਜਿੰਦਰ ਜੀ, ਜਦੋਂ ਖੇਤੀਬਾੜੀ ਮੰਤਰੀ ਆਏ ਨੇ, ਆ ਕੇ ਗੱਲਬਾਤ ਕੀਤੀ ਹੈ, ਗੱਲ ਕਰਨ ਦਾ ਰੁਖ ਜਿੱਦਾਂ ਤਲਖੀ ਭਰਿਆ ਸੀ ਜਾਂ ਨਾਰਮਲ ਸੀ ਜਾਂ ਕਿਵੇਂ ਦਾ ਸੀਗਾ? ਨਹੀਂ, ਅਸੀਂ ਸ਼ਬਦਾਂ ਤੋਂ ਕੁਝ ਵੀ ਜੱਜ ਨਹੀਂ ਕਰਦੇਗੇ। ਇਹ ਸ਼ਬਦਾਂ 'ਚ ਕੀ ਬੋਲਦੇ, ਨਰਮਾ ਜਾਂ ਸਖਤਾ, ਅਸੀਂ ਸਟੈਂਡ ਤੋਂ ਜਿਹੜਾ ਹੈਗਾ ਤੈਅ ਕਰਦੇ ਹਾਂ। ਸਟੈਂਡ ਸਰਕਾਰ ਦਾ ਉਹੀ ਆ, ਔਰ ਸਾਡਾ ਸਟੈਂਡ ਬਿਲਕੁਲ ਉਹੀ ਆ ਪਹਿਲੇ ਦਿਨ ਤੋਂ ਹੀ, ਕਿ ਖੇਤੀ ਕਾਨੂੰਨ ਰੱਦ ਤੋਂ ਬਿਨਾਂ ਕੋਈ ਵੀ ਚੀਜ਼ ਮਨਜ਼ੂਰ ਨਹੀਂ ਹੈ। ਰਜਿੰਦਰ ਜੀ, ਜਿਵੇਂ ਹਰ ਵਾਰੀ ਅਸੀਂ ਦੇਖਿਆ ਕਿ ਪਹਿਲੇ ਹਾਫ ਦੇ ਵਿੱਚ ਇਹ ਕੁਛ ਨਹੀਂ ਕਰਦੇ, ਪਹਿਲੇ ਹਾਫ ਦੇ ਵਿੱਚ ਫੈਡਅਪ ਕਰਦੇ ਨੇ, ਦੂਜੇ ਹਾਫ ਦੇ ਵਿੱਚ ਕੋਈ ਨਾ ਕੋਈ ਇਹ ਆਪਣਾ ਪ੍ਰਸਤਾਵ ਲੈ ਕੇ ਆਉਂਦੇ ਨੇ। ਕੋਈ ਇਹਦੇ ਬਾਰੇ ਆਸ ਹੈ ਜਾਂ ਕੋਈ ਗੱਲਬਾਤ ਹੈ ਇੱਦਾਂ ਦੀ? ਨਹੀਂ, ਇਹਦੇ ਬਾਰੇ ਤਾਂ ਕੀ ਕਹਿ ਸਕਦੇ ਹਾਂ। ਇਹ ਤਾਂ ਹੁਣ ਜਦੋਂ ਬੈਠਣਗੇ ਦੇਖਾਂਗੇ। ਜੇ ਬੈਠਣਗੇ ਵੀ ਤਾਂ ਠੀਕ ਆ, ਨਹੀਂ ਤਾਂ ਨਹੀਂ, ਕੋਈ ਗੱਲ ਨਹੀਂ। ਅਸੀਂ ਆਪਣੇ ਅੰਦੋਲਨ ਦੇ ਰਾਹ 'ਤੇ ਚੱਲ ਰਹੇ ਹਾਂ ਔਰ ਦ੍ਰਿੜਤਾ ਨਾਲ ਚੱਲਾਂਗੇ। ਇਹ ਸੀ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਜੀ। ਇਹਨਾਂ ਨੇ ਦੱਸਿਆ ਕਿ ਜੋ ਮੀਟਿੰਗ ਦੇ ਵਿੱਚ ਅੰਦਰ ਹੁਣ ਤੱਕ ਲਗਭਗ ਕੋਈ ਵੀ ਗੱਲ ਸਾਹਮਣੇ ਨਹੀਂ ਆਈ, ਨਾ ਹੀ ਕੋਈ ਸਰਕਾਰ ਵੱਲੋਂ ਕੋਈ ਪਹਿਲ ਕਦਮੀ ਕੀਤੀ ਗਈ ਹੈ। ਸਰਕਾਰ ਨੇ ਆ ਕੇ ਬਸ ਇਹੀ ਗੱਲ ਕਹੀ ਹੈ ਕਿ ਅਸੀਂ ਆਪਣਾ ਵਿਚਾਰ ਬਣਾ ਕੇ ਤੁਹਾਨੂੰ ਦੱਸ ਦਿੱਤਾ, ਤੁਸੀਂ ਸੋਚ ਲਓ। ਅਸੀਂ ਸੋਚ ਲਿਆ ਹੋਇਆ ਕਿ ਅਸੀਂ ਕਿਵੇਂ ਕਰਨਾ ਹੈ ਜਾਂ ਕੀ ਕਰਾਂਗੇ। ਮੈਂ ਕੋਸ਼ਿਸ਼ ਕਰਦਾ ਕਿ ਹੋਰ ਵੀ ਆਪਣੇ ਨਾਲ ਲਾਈਵ ਲੈਣ ਲਈ ਸਾਡੇ ਨਾਲ धर्मेंद्र जी हैं, जो राकेश टिकैत जी के साथ पिछले बहुत लंबे समय से हैं। धर्मेंद्र जी, आपका क्या रहा मीटिंग में, कैसे सरकार का वतीरा था और आपको क्या लगता है? नहीं, देखिए, आज मीटिंग केवल 5 मिनट की हुई है। सबसे पहले बैठक शुरू हुई। बैठक शुरू होते ही हमारे कुछ वरिष्ठ नेताओं की शिकायत ये थी कि दिल्ली पुलिस का जो व्यवहार था आज अशोभनीय था। 2-3 किसान नेताओं की गाड़ी को रोका गया, उसमें काफी गहमा-गहमी हुई और एक गाड़ी का शीशा भी टूट गया। तो उसकी शिकायत हमने की। दूसरा, जो हमारे दर्शनपाल जी हैं, उनको तमाम तरह के कॉल आ रहे हैं, धमकी आ रही है, या उनको अभद्र भाषा का इस्तेमाल उनके साथ किया जा रहा है। और कुछ भारतीय जनता पार्टी के लोग ट्वीट कर रहे हैं राकेश टिकैत जी के खिलाफ या उनके खिलाफ कि जब उत्तर प्रदेश में आओगे तो ये होगा वो होगा। यानी कि जो भाषा है गुंडागर्दी की, वो भी वो अपने ट्वीट के और दूसरे माध्यम से बताना चाहते हैं। तो ये है कि ठीक है, उन चीज़ों से निपटा जाएगा। सरकार ने फिर उस पर सफाई देते हुए कहा कि हमारी मंशा नहीं है, हम बात कर रहे हैं सब लोगों से। तो इसके बाद जो है, ये सब होने के बाद अब ये हुआ है कि हम रिपील चाहते हैं। तो सरकार ने कहा कि हम आपको बेस्ट प्रस्ताव दे चुके हैं, आप इस पे सलाह कर लें और चर्चा कर लें, फिर हमें बता दें। अभी हमारा वही प्रस्ताव है। तो हमारे तरफ से केवल राज्यपाल जी ने डेडलाइन में ये बोला है कि हम रिपील चाहते हैं और यही हमारी जत्थेबंदी की सलाह है, इससे ज़्यादा हम कुछ चाहते नहीं। धर्मेंद्र जी, जैसे हमने पहले भी देखा है कि जो पहले हाफ की मीटिंग होती है उसमें ये कुछ भी बताते नहीं हैं, और जो दूसरे हाफ की मीटिंग चलती है तो तब ये नया कुछ ना कुछ लेकर आते हैं। इसके ऊपर आपका क्या विचार है कि आज भी ये कुछ ऐसा कर सकते हैं? आज बॉडी लैंग्वेज से कुछ ज़्यादा लग नहीं रहा। अच्छा,
अभी मैं मतलब ये मेरा व्यक्तिगत मत है। जी जी। ये थे धर्मेंद्र जी। अभी मैं कोशिश करूंगा आपके साथ अभिमन्यु जी, हमारे साथ अभिमन्यु कोहाड़ जी हैं। अभिमन्यु जी, आप भी मीटिंग में शामिल थे अब तक, क्या लगा आपको आज मीटिंग में? कुछ समझ आया आपको या क्या रहा? देखिए, आज की जो मीटिंग हुई वो लगभग 1:45 तो शुरू हुई थी। हम तो सब लोग अधिकतर समय पे पहुंच गए थे, लेकिन मंत्री साहिबान है वो लेट आए, जैसे उनकी आदत है पहले की तरह। उसके बाद उन्होंने 2-3 बातें कही, हमने कुछ मुद्दे उठाए, तो उसके बाद उन्होंने कहा कि जी आप एक बार दोबारा से विचार कर लीजिए। तो हमारे सभी सीनियर नेताओं ने कहा कि जी हम पूरा दिन कल विचार करके तो आए ही हैं, तो हमारा तो स्टैंड हमने आपको क्लियर कर दिया, अब आप दोबारा किस चीज़ पे विचार कराना चाहते हैं। तो लेकिन उन्होंने कहा कि लेकिन फिर भी एक बार विचार कर लीजिए। और हमारे नेताओं ने साफ कर दिया कि भाई हमारी मांग जो है वो तो आप तक पहुंच चुकी है, हम चाहते हैं कि आप इनको रिपील कीजिए और एमएसपी गारंटी का कानून बनाइए, ये हमारी स्पष्ट और सीधी राय है। तो उसके बाद लेकिन मंत्री फिर भी यही बात कहते रहे कि आप एक बार विचार कर लीजिए। उसके बाद मंत्रियों ने कहा कि हम ब्रेक लेते हैं, आप इसी हॉल में बैठ लीजिए, चर्चा कर लीजिए, और वो लोग भी अपनी चर्चा करने के लिए चले गए। तो काफ़ी देर तक तो हम अंदर बैठे रहे, और उसके बाद फिर ये होगा कि भाई प्रसाद आ गया है नीचे, तो प्रसाद ले लेते हैं। तो ये हुआ है आज क्या। तो अब तक बेसिकली कुछ नहीं हुआ। सो दूसरे हाफ के ऊपर अगर कुछ होगा तो होगा। हाँ, आप ये कह सकते हैं। मैंने जो बिल्कुल एज इट इज जो पूरी घटनाएं हुई मैंने आपको वो बता दी। आप देखते हैं क्या होता है दूसरे हाफ में उसमें। धन्यवाद अमिनी जी। ਸਾਡੇ ਨਾਲ ਕਵਲਪ੍ਰੀਤ ਸਿੰਘ ਜੀ ਨੇ। ਕਵਲਪ੍ਰੀਤ ਜੀ, ਤੁਸੀਂ ਵੀ ਮੀਟਿੰਗ ਦੇ ਵਿੱਚ ਹਾਜ਼ਰ ਸੀ, ਕਿਵੇਂ ਲੱਗਿਆ ਤੁਹਾਨੂੰ ਮੀਟਿੰਗ ਦੇ ਵਿੱਚ? ਕੀ ਸਰਕਾਰ ਦਾ ਕੋਈ ਰੁਖ ਹੈ ਕਿਸਾਨਾਂ ਦੇ ਨਾਲ ਸਹਿਮਤੀ ਬਣਾਉਣ ਦਾ, ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝਣ ਦਾ, ਕਿ ਜਾਂ ਸਿਰਫ ਟਾਈਮ ਪਾਸ ਕਰ ਰਹੇ ਨੇ? ਅਜੇ ਸਿਰਫ ਟਾਈਮ ਪਾਸ ਕਰ ਰਹੇ ਆ। ਜਿਹੜੀ ਸਾਡੀ ਪ੍ਰਪੋਜ਼ਲ ਆ ਸਰਕਾਰ ਦੇ ਅੱਗੇ ਗਈ, ਜਿਹੜਾ ਸਾਡਾ ਮੰਗ ਪੱਤਰ ਸਰਕਾਰ ਕੋ ਪਿਆ, ਉਸ ਮੰਗ ਪੱਤਰ ਦੇ ਵਿੱਚ ਜਿਹੜੀ ਅਸੀਂ 3 ਕਾਨੂੰਨਾਂ ਦੀ ਗੱਲ ਕੀਤੀ ਹੈ ਜੀ, ਜਿਹਦੇ 'ਚ MSP ਦੀ ਗੱਲ ਕੀਤੀ ਹੈ, ਕਿਉਂਕਿ 3 ਕਾਨੂੰਨ ਸਾਡੀ ਹੋਣ ਦਾ ਸਵਾਲ ਆ। ਇਹ 3 ਕਾਨੂੰਨ ਰੱਦ ਹੋਣੇ ਚਾਹੀਦੇ ਆ। ਜੇ 3 ਕਾਨੂੰਨ ਰੱਦ ਹੁੰਦੇ ਫਿਰ ਕਿਸਾਨ ਦੀ ਹੋਂਦ ਬਚਦੀ ਆ। ਜੇ ਕਾਨੂੰਨ ਰੱਦ ਨਹੀਂ ਹੁੰਦੇ ਤੇ ਫਿਰ ਸਾਡੀ ਹੋਂਦ ਨੂੰ ਖਤਰਾ। ਇਸ ਕਰਕੇ ਜਦੋਂ ਸਵਾਲ ਹੋਣ ਦਾ ਹੋਵੇ ਉਦੋਂ ਕਿਸੇ ਥਲੜੀ ਗੱਲ ਤੇ ਸਮਝੌਤਾ ਨਹੀਂ ਕੀਤਾ ਜਾ ਸਕਦਾ। ਬਿਲਕੁਲ। ਇਸ ਵੇਲੇ ਅਸੀਂ ਜਥੇਬੰਦੀਆਂ ਵਾਲੇ ਇਸ ਗੱਲ ਤੇ ਖੜੇ ਆ ਬਿਲਕੁਲ ਕਿ ਸਰਕਾਰ ਕਾਨੂੰਨ ਰਿਪੀਲ ਕਰੇ, MSP ਤੇ ਕਾਨੂੰਨ ਬਣਾਵੇ, ਸਰਕਾਰੀ ਖਰੀਦ ਦੀ ਗਰੰਟੀ ਦਿੱਤੀ ਜਾਵੇ, ਤੇ ਜਿਹੜਾ ਸਰਕਾਰੀ ਖਰੀਦ ਤੋਂ ਉਸ ਤੋਂ ਘੱਟ ਖਰੀਦੇ ਉਹ ਤੇ ਕਾਨੂੰਨੀ ਕਾਰਵਾਈ ਹੋਵੇ। ਅਗਲੀ ਗੱਲ ਇਹ ਆ, ਇਹ ਕਹਿ ਰਹੇ ਆ ਕਿ MSP ਦਾ ਫਾਇਦਾ ਸਿਰਫ 6% ਲੋਕਾਂ ਨੂੰ ਮਿਲ ਰਿਹਾ। ਸਾਡੀ ਮੰਗ ਆ ਕਿ ਇਹ ਹਿੰਦੁਸਤਾਨ ਦੇ ਸਾਰੇ ਕਿਸਾਨਾਂ ਨੂੰ ਇਹਦਾ ਫਾਇਦਾ ਮਿਲਣਾ ਚਾਹੀਦਾ। ਬਿਲਕੁਲ। ਇਹਦਾ ਮਤਲਬ ਇਹ ਨਹੀਂਗਾ ਵੀ ਜੇ 6% ਨੂੰ ਇਹਦਾ ਫਾਇਦਾ ਮਿਲ ਰਿਹਾ ਤੇ 6% ਦੇ ਉੱਤੋਂ ਵੀ ਇਹਨੂੰ ਕੱਟ ਲਾ ਦਿਓ। ਇਹਨੂੰ ਵਧਾਉਣ ਦਾ ਮੰਨ ਲਓ ਇਹ ਕਹਿ ਦਿੰਦੇ ਆ ਕਿ ਜਿਹੜਾ ਸਰਕਾਰੀ ਹਸਪਤਾਲ ਆ ਉਹਦੇ 'ਚ ਗਰੀਬ ਲੋਕ ਜਾਂਦੇ ਆ, ਉਹਨਾਂ ਦਾ ਇਲਾਜ ਉੱਥੇ ਹੁੰਦਾ। ਇਹ ਕਹਿਣ ਵੀ ਉਹ ਥੋੜ੍ਹੀ ਗਿਣਤੀ 'ਚ ਰਹਿ ਗਏ ਤੇ ਪ੍ਰਾਈਵੇਟ ਜ਼ਿਆਦਾ ਗਿਣਤੀ 'ਚ ਬਣ ਗਿਆ। ਇਸ ਕਰਕੇ ਥੋੜ੍ਹੀ ਗਿਣਤੀ ਵਾਲੇ ਹਸਪੀਟਲ ਬੰਦ ਕਰ ਦਿੱਤੇ ਜਾਣ।